ਚੈਨਲ ਪੰਜਾਬੀ ਦੇ ਨਾਲ ਜੁੜ ਚੁੱਕੇ तमाम ਦਰਸ਼ਕਾਂ ਦਾ ਕੈਨੇਡਾ ਨਿਊਜ਼ ਦੇ ਵਿੱਚ ਸਵਾਗਤ ਹੈ। ਮੈਂ ਹਰਸ਼ਦੀਪ ਸਿੰਘ। ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਪੰਜਾਬੀ ਮੂਲ ਦੇ ਦੋ ਨੌਜਵਾਨ ਕਰਨਵੀਰ ਗਰਚਾ ਤੇ ਹਰਕੀਰਤ ਝੂਟੀ ਦੀਆਂ ਤਸਵੀਰਾਂ ਸਰੀ ਆਰਸੀਐਮਪੀ ਨੇ ਕੀਤੀਆਂ ਜਾਰੀ। ਗੈਂਗਸ ਗਤੀਵਿਧੀਆਂ ਦੇ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ। ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀ ਵੱਲੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਲਿਬਰਲ ਸਰਕਾਰ ਨੂੰ ਦੱਸਿਆ ਗਿਆ ਹਰ ਫਰੰਟ ਤੋਂ ਫੇਲ। ਕਿਹਾ ਕੈਨੇਡੀਅਨ ਗੁੱਸੇ 'ਚ ਹੋ ਰਹੇ ਨੇ ਲਗਾਤਾਰ ਹਰਟ। ਕੈਨੇਡਾ ਦੇ ਵਿੱਚ ਇਲੈਕਟ੍ਰੋਨਿਕ ਲੌਗਿੰਗ ਬੁੱਕ 1 ਜਨਵਰੀ 2023 ਤੋਂ ਹੋ ਸਕਦੀ ਹੈ ਵਿਦ ਇਨ ਕੈਨੇਡਾ ਡਰਾਈਵਿੰਗ ਦੇ ਲਈ ਲਾਗੂ। ਬੱਸ ਡਰਾਈਵਰ ਤੇ ਟਰੱਕ ਆਪਰੇਟਰ ਤੇ ਡਰਾਈਵਰਸ ਉੱਪਰ ਪਏਗਾ ਪ੍ਰਭਾਵ। ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ। ਕੈਨੇਡਾ ਦੇ ਵਿੱਚ ਪੰਜਾਬੀਆਂ ਵੱਲੋਂ ਅਥਾਹ ਮਿਹਨਤ ਕੀਤੀ ਗਈ ਹੈ ਤੇ ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ ਗਈ ਹੈ, ਪਰ ਇਸ ਤੋਂ ਇਲਾਵਾ ਡਰੱਗਸ ਅਤੇ ਗੈਂਗਸ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਨੌਜਵਾਨਾਂ ਦਾ ਨਾਮ ਆਉਣ ਕਾਰਨ ਬਹੁਤ ਵਾਰ ਨਾਮੋਸ਼ੀ ਵੀ ਝੱਲਣੀ ਪੈਂਦੀ ਹੈ। ਅਜਿਹਾ ਹੀ ਇੱਕ ਪ੍ਰੈਸ ਰਿਲੀਜ਼ ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਦੇ ਨਾਲ ਪਾਰਟਨਰਸ਼ਿਪ 'ਚ ਸਰੀ ਆਰਸੀਐਮਪੀ ਵੱਲੋਂ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਪੰਜਾਬੀ ਮੂਲ ਦੇ ਦੋ ਨੌਜਵਾਨ ਕਰਨਵੀਰ ਗਰਚਾ ਉਮਰ 24 ਸਾਲ ਅਤੇ ਹਰਕੀਰਤ ਝੁੱਟੀ ਉਮਰ 22 ਸਾਲ ਜੋ ਕਿ ਗੈਂਗ ਗਤੀਵਿਧੀਆਂ 'ਚ ਸ਼ਾਮਲ ਨੇ, ਉਹ ਜਨਤਕ ਸੁਰੱਖਿਆ ਲਈ ਖਤਰਾ ਨੇ। ਆਰਸੀਐਮਪੀ ਮੁਤਾਬਕ ਇਹਨਾਂ ਦੇ ਨੇੜੇ ਜਾਂ ਨਾਲ ਰਹਿਣ ਵਾਲਾ ਵਿਅਕਤੀ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਸਕਦਾ ਹੈ। ਇਹਨਾਂ ਦੀਆਂ ਤਸਵੀਰਾਂ ਜਾਰੀ ਕਰਕੇ ਪਹਿਚਾਣ ਵੀ ਦੱਸੀ ਗਈ ਹੈ। ਅਧਿਕਾਰੀਆਂ ਮੁਤਾਬਕ ਇਹਨਾਂ ਦੋਵਾਂ ਨੇ ਨਸ਼ਾ ਤਸਕਰੀ, ਸ਼ੂਟਿੰਗ ਅਤੇ ਗੈਂਗ ਹਿੰਸਾ ਦੇ ਨਾਲ ਸੰਬੰਧਿਤ ਗਤੀਵਿਧੀਆਂ 'ਚ ਸ਼ਾਮਲ ਹੋ ਕੇ ਸਿਰਫ ਆਪਣੇ ਆਪ ਨੂੰ ਨਹੀਂ ਬਲਕਿ ਆਪਣੀਆਂ ਫੈਮਲੀਜ਼ ਅਤੇ ਕਮਿਊਨਿਟੀ ਲਈ ਵੀ ਖਤਰਾ ਖੜਾ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਇਹਨਾਂ ਵਿਅਕਤੀਆਂ ਵੱਲੋਂ ਕਦੇ ਵੀ ਪਬਲਿਕ ਸੇਫਟੀ ਅਤੇ ਆਪਣੀ ਕਮਿਊਨਿਟੀ ਦੀ ਸੇਫਟੀ ਦੀ ਚਿੰਤਾ ਨਹੀਂ ਕੀਤੀ ਗਈ। ਅਧਿਕਾਰੀਆਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਉਹ ਡਰੱਗਸ ਅਤੇ ਗੈਂਗ ਹਿੰਸਾ ਨੂੰ ਖਤਮ ਕਰਨ ਲਈ ਸਰੀ ਦੀ ਕਮਿਊਨਿਟੀ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਅਤੇ ਉਹ ਇਸ ਦਾ ਖਾਤਮਾ ਕਰਕੇ ਰਹਿਣਗੇ। ਨਾਲੋਂ ਨਾਲ ਉਹਨਾਂ ਆਖਿਆ ਕਿ ਕਮਿਊਨਿਟੀ ਦੀ ਸੇਫਟੀ ਪੁਲਿਸ ਦੀ ਮੁੱਖ ਪ੍ਰਾਇੋਰਟੀ ਹੈ। ਸਰੀ ਆਰਸੀਐਮਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵੀਰਵਾਰ ਰਾਤ 9 ਵਜੇ ਉਹਨਾਂ ਨੂੰ 79A ਐਵਨਿਊ ਅਤੇ 12400 ਬਲਾਕ ਉੱਤੇ ਗੋਲੀਆਂ ਚੱਲਣ ਦੀ ਘਟਨਾ ਸੰਬੰਧੀ ਬੁਲਾਇਆ ਗਿਆ ਸੀ। ਨਿਊਟਨ ਇਲਾਕੇ 'ਚ ਹੋਈ ਇਸ ਸ਼ੂਟਿੰਗ ਦੀ ਘਟਨਾ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਅਧਿਕਾਰੀਆਂ ਮੁਤਾਬਕ ਉਹ ਆਸ-ਪਾਸ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੇ ਨੇ, ਪਰ ਇਸ ਗੋਲੀਬਾਰੀ ਵਿੱਚ ਕਿਸ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਕਹਿਣਾ ਫਿਲਹਾਲ ਜਲਦਬਾਜ਼ੀ ਹੋਏਗੀ। ਉਹਨਾਂ ਆਖਿਆ ਕਿ ਸ਼ਾਇਦ ਕੋਈ ਪੈਦਲ ਜਾ ਰਿਹਾ ਵਿਅਕਤੀ ਸੀ ਜਿਸ ਨੂੰ ਇਸ ਮੌਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਦਾ ਸੰਬੰਧ ਗੈਂਗ ਹਿੰਸਾ ਨਾਲ ਹੈ ਜਾਂ ਨਹੀਂ ਇਹ ਪਤਾ ਲਗਾਉਣ ਤੇ ਵੀ ਹਾਲੇ ਕੁਝ ਦਿਨ ਲੱਗ ਸਕਦੇ ਨੇ, ਪਰ ਉਹਨਾਂ ਸਿੱਧੇ ਤੌਰ ਤੇ ਲੋਕਾਂ ਤੋਂ ਸਹਾਇਤਾ ਜ਼ਰੂਰ ਮੰਗੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਇਸ ਸੰਬੰਧੀ ਹੈ ਤਾਂ ਉਹ ਪੁਲਿਸ ਤੱਕ ਪੁੱਜਦੀ ਕਰ ਸਕਦਾ ਹੈ। ਕਾਬਲੇ ਗੌਰ ਹੈ ਕਿ ਸਰੀ ਸ਼ਹਿਰ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਨੇ, ਜਿਸ ਕਾਰਨ ਲੋਕ ਆਪਣੀ ਸੇਫਟੀ ਨੂੰ ਲੈ ਕੇ ਚਿੰਤਿਤ ਰਹਿੰਦੇ ਨੇ ਤੇ ਸੁਧਾਰਾਂ ਦੀ ਮੰਗ ਲਗਾਤਾਰ ਕਰਦੇ ਨੇ। ਸਰੀ ਦੇ ਆਸ-ਪਾਸ ਦੇ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ ਦਾ ਨਜ਼ਰੀਆ ਵੀ ਸਰੀ ਸ਼ਹਿਰ ਬਾਰੇ ਅਜਿਹਾ ਬਣਦਾ ਜਾ ਰਿਹਾ ਹੈ ਕਿ ਇਹ ਸਿਟੀ ਅਨਸੇਫ ਹੈ, ਇੱਥੇ ਸ਼ੂਟਿੰਗ ਵਰਗੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਨੇ। ਖੈਰ ਇਸ ਉੱਪਰ ਨਕੇਲ ਕਦੋਂ ਪਏਗੀ ਇਹ ਤਾਂ ਸਮਾਂ ਆਉਣ ਤੇ ਪਤਾ ਲੱਗੇਗਾ, ਪਰ ਫਿਲਹਾਲ ਤਾਂ ਸਰੀ ਸ਼ਹਿਰ ਦੀ ਸਿਆਸਤ ਦੇ ਵਿੱਚ ਪੁਲਿਸਿੰਗ ਦਾ ਮੁੱਦਾ ਸਿਆਸੀ ਫੁੱਟਬਾਲ ਬਣਿਆ ਹੋਇਆ ਹੈ। ਦੂਜੇ ਪਾਸੇ 29 ਦਸੰਬਰ ਨੂੰ ਟਵਾਸਨ 'ਚ ਹੋਈ ਗੋਲੀਬਾਰੀ 'ਚ ਸ਼ਾਮਲ ਨੌਜਵਾਨ ਦਾ ਸੰਬੰਧ ਵੀ ਸਰੀ ਦੇ ਨਾਲ ਹੈ। ਡੈਲਟਾ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸਰੀ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰੇ ਪੋਲੀਵ ਨੇ ਕਿਹਾ ਕਿ ਕੈਨੇਡਾ ਦੇ ਲੋਕ ਗੁੱਸੇ 'ਚ ਨੇ ਕਿਉਂਕਿ ਉਹ ਹਰਟ ਹੋ ਰਹੇ ਨੇ, ਜਿਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਮਹਿੰਗਾਈ ਤੇ ਕੰਟਰੋਲ ਕਰਨ 'ਚ ਨਾਕਾਮਯਾਬ ਹੈ। ਇੰਟਰਸਟ ਰੇਟ ਵਧਣ ਕਾਰਨ ਮੌਰਗੇਜ ਦੀ ਕਿਸ਼ਤ ਵੱਧ ਗਈ ਹੈ ਤੇ 1.5 ਮਿਲੀਅਨ ਲੋਕ ਫੂਡ ਬੈਂਕਸ ਤੱਕ ਪਹੁੰਚ ਬਣਾ ਚੁੱਕੇ ਨੇ। ਜਵਾਨ ਬੱਚੇ ਆਪਣੇ ਮਾਪਿਆਂ ਦੇ ਘਰ ਦੀ ਬੇਸਮੈਂਟ ਦੇ ਵਿੱਚ ਰਹਿਣ ਲਈ ਮਜਬੂਰ ਨੇ ਕਿਉਂਕਿ ਉਹ ਖਰਚਾ ਨਹੀਂ ਚੁੱਕ ਸਕਦੇ ਅਤੇ ਮੌਜੂਦਾ ਸਰਕਾਰ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਇਹ ਕਹਿ ਰਹੀ ਹੈ ਕਿ ਸਾਡੇ ਤੋਂ ਸਵਾਲ ਨਾ ਪੁੱਛੇ ਜਾਣ। ਪੋਲੀਅਬ ਵੱਲੋਂ ਲਿਬਰਲ ਸਰਕਾਰ ਨੂੰ ਆਰਥਿਕ ਪਾਲਿਸੀਆਂ ਦੇ ਪੱਖ ਤੇ ਫੇਲ ਕਰਾਰ ਦਿੱਤਾ ਗਿਆ ਹੈ। Why are people so angry? And the answer is that they're hurting. You know, it's easy for the political establishment to say, stop all your complaining. But when you're one of the 1.5 million people that went to a food bank in the month of March,
It's not so easy. If you're one of the people that went to the Mississauga Food Bank and asked for help with medical assistance in dying, not because you're sick, but because you can't afford to live, it's not so easy. If you're one of the 38-year-olds living in your parents' basement because it now takes more of a monthly paycheck to own a house than at any time in recorded history, it's not so easy to be happy with the way things are going. If you're one of the people who was overprescribed opioids and is now addicted to drugs as a result, it's not so easy to be happy with the way things are going. I have never seen so much hurt and so much pain and suffering in our population in my nearly 2 decades in politics. So yes, of course, we should tell people to be more civil and to reject offensive signs, flags, and language. But we should also ask ourselves, why are people hurting so badly? And we as leaders, the other day, Justin Trudeau was at a big party with 2,000 wealthy liberal lobbyists in the nation's capital, saying that we should stop all the complaining. Well, everybody in that room has nothing to complain about. They're doing very well. It's been an all-you-can-eat buffet for the lobbyists and the insiders in Ottawa. But for the average person who's struggling to make their mortgage payments that have gone up by $800 or $900 a month, that they're living in a different world. So sure, let's tell people to be more civil, but let's, as political leaders, let's actually try to solve the problems that have upset and angered and hurt people so badly. It is our job to turn that hurt into hope, to transform it into something better. My parents taught me that in Canada it didn't matter where I came from, but where I was going. It didn't matter who I knew, but what I could do. That's the country I want my kids to inherit. So let's make this a place where people feel like their hard work pays off, where they're respected, where their leaders don't talk down to them and point fingers at them, but rather lift them up, where we have a prime minister that actually brings people together and gives them the hope that tomorrow can be better than today. I think that is the real problem that we need to solve, and it's the one I will solve as prime minister. ਓਨਟਾਰੀਓ ਸਰਕਾਰ ਵੱਲੋਂ ਰਸਮੀ ਤੌਰ ਤੇ ਬਿੱਲ 124 ਨੂੰ ਖਾਰਜ ਕਰਨ ਦੇ ਅਦਾਲਤੀ ਫੈਸਲੇ ਖਿਲਾਫ ਅਪੀਲ ਕੀਤੀ ਗਈ ਹੈ। ਇਸ ਵਿਵਾਦਗ੍ਰਸਤ ਬਿੱਲ ਵਿੱਚ ਪਬਲਿਕ ਸੈਕਟਰ ਦੇ ਮੁਲਾਜ਼ਮਾਂ ਦੀ ਤਨਖਾਹ 1% ਤੱਕ ਵਧਾਉਣ ਤੋਂ ਬਾਅਦ ਉਸ ਉੱਪਰ ਰੋਕ ਲਾਉਣ ਦਾ ਪ੍ਰਬੰਧ ਸੀ। ਇਹ ਬਿੱਲ ਸਭ ਤੋਂ ਪਹਿਲਾਂ 2019 ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਸ ਨੂੰ ਅਗਲੇ 3 ਸਾਲਾਂ ਲਈ ਲਾਗੂ ਕਰ ਦਿੱਤਾ ਗਿਆ ਸੀ, ਜਿਸ ਦੇ ਵਿੱਚ ਸਰਕਾਰ ਨੇ ਗੱਲ ਆਖੀ ਸੀ ਕਿ ਆਰਥਿਕ ਘਾਟੇ ਨੂੰ ਘਟਾਉਣ ਦੇ ਲਈ ਇਹ ਸਟੈਪ ਚੁੱਕਿਆ ਜਾ ਰਿਹਾ ਤੇ ਆਰਥਿਕ ਸੁਧਾਰਾਂ ਤੋਂ ਬਾਅਦ ਸਰਕਾਰ ਤਨਖਾਹ ਵਾਧੇ ਨੂੰ ਜਾਰੀ ਕਰ ਦੇਗੀ। ਪਬਲਿਕ ਸੈਕਟਰ ਦੇ ਵਰਕਰਸ ਦੀ ਨੁਮਾਇੰਦਗੀ ਕਰਨ ਵਾਲੇ ਕਈ ਗਰੁੱਪਸ ਸਰਕਾਰ ਨੂੰ ਇਹ ਆਖਦੇ ਹੋਏ ਅਦਾਲਤ 'ਚ ਲੈ ਕੇ ਗਏ ਸਨ ਕਿ ਬਿੱਲ 124 ਗੈਰ ਸੰਵਿਧਾਨਿਕ ਹੈ ਅਤੇ 29 ਨਵੰਬਰ ਨੂੰ ਜੱਜ ਮਾਰਕਸ ਕੋਹੇਨਨ ਨੇ ਇਹ ਫੈਸਲਾ ਸੁਣਾਇਆ ਸੀ ਕਿ ਇਹ ਬਿੱਲ ਗੈਰ ਸੰਵਿਧਾਨਿਕ ਹੈ ਤੇ ਇਸ ਨਾਲ ਐਸੋਸੀਏਸ਼ਨ ਤੇ ਵਰਕਰਸ ਦੇ ਹੱਕ ਮਾਰੇ ਜਾ ਰਹੇ ਨੇ ਤੇ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਇਹ ਫੈਸਲਾ ਆਉਂਦੇ ਸਾਰ ਫੋਰਡ ਸਰਕਾਰ ਨੇ ਇਹ ਸੰਕੇਤ ਦਿੱਤੇ ਸੀ ਕਿ ਉਹ ਇਸ ਖਿਲਾਫ ਪਟੀਸ਼ਨ ਦਾਇਰ ਕਰਨਗੇ। ਅਟਾਰਨੀ ਜਨਰਲ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਸੰਬੰਧ ਦੇ ਵਿੱਚ ਅਪੀਲ ਰਸਮੀ ਤੌਰ ਤੇ ਕਰ ਦਿੱਤੀ ਗਈ ਹੈ। ਓਨਟਾਰੀਓ ਫੈਡਰੇਸ਼ਨ ਆਫ ਲੇਬਰ ਨੇ ਫੋਰਡ ਸਰਕਾਰ ਵੱਲੋਂ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਕਰਨ ਦੇ ਇਸ ਕਦਮ ਦੀ ਨਿੰਦਿਆ ਕੀਤੀ ਹੈ। ਉਹਨਾਂ ਕਿਹਾ ਕਿ ਬਿੱਲ 124 ਨੇ ਵਰਕਰਾਂ ਦੇ ਜੀਵਨ ਦੇ ਮਿਆਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਹੈਲਥ ਕੇਅਰ ਸਿਸਟਮ ਵਿੱਚ ਸਟਾਫ ਦੀ ਘਾਟ ਦੇ ਸੰਕਟ ਨੂੰ ਹੋਰ ਗਹਿਰਾ ਬਣਾਇਆ ਹੈ। ਓਨਟਾਰੀਓ ਐਸੋਸੀਏਸ਼ਨ ਆਫ ਨਰਸਿਸ ਨੇ ਵੀ ਇੱਕ ਨਿਊਜ਼ ਰਿਲੀਜ਼ ਵਿੱਚ ਪ੍ਰੀਮੀਅਰ ਡਗ ਫੋਰਡ ਤੋਂ ਮੰਗ ਕੀਤੀ ਹੈ ਕਿ ਉਹ ਨਰਸਾਂ ਅਤੇ ਹੈਲਥ ਕੇਅਰ ਵਰਕਰਾਂ ਦੇ ਅਧਿਕਾਰ ਇਸ ਤਰ੍ਹਾਂ ਖੋਹਣੇ ਬੰਦ ਕਰਨ। ਐਸੋਸੀਏਸ਼ਨ ਨੇ ਕਿਹਾ ਕਿ ਫੋਰਡ ਸਰਕਾਰ ਨੂੰ ਅਦਾਲਤ ਦਾ ਫੈਸਲਾ ਮੰਨਣਾ ਚਾਹੀਦਾ ਸੀ ਅਤੇ ਅਦਾਲਤ ਦੇ ਫੈਸਲੇ ਦਾ ਸਨਮਾਨ ਵੀ ਕਰਨਾ ਚਾਹੀਦਾ ਸੀ। ਓਨਟਾਰੀਓ ਫੈਡਰੇਸ਼ਨ ਆਫ ਲੇਬਰ ਅਤੇ ਬਾਕੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਸਿੱਧੇ ਤੇ ਸਪਸ਼ਟ ਰੂਪ ਦੇ ਵਿੱਚ ਫੋਰਡ ਸਰਕਾਰ ਦੇ ਉੱਪਰ ਮੁਲਾਜ਼ਮਾਂ ਦੇ ਹੱਕ ਮਾਰਨ ਦਾ ਦੋਸ਼ ਲਗਾਇਆ ਹੈ। Standing up for workers' rights. And we especially understand the importance of coming together across the labour movement to protect the right to free and fair collective bargaining.
Our coalition spanned public and private sector unions, associations, and federations. We came together to say enough is enough. We will not take this blatant attack on our rights and freedoms. Bill 124 has had devastating impacts. It disproportionately impacted women, like the childcare workers demonstrating at Queen's Park today on the National Day of Action for Childcare. They are amongst the frontline workers who have repeatedly been asked to do more with less over the past few years. Bill 124 worsened the crisis in healthcare and attacked our public services and those that deliver them across the board in many other sectors. By suppressing wages and limiting or denying frontline workers the supports they need to do their jobs without burning out or becoming completely demoralized. The Ford government made a terrible situation even worse with Bill 124. Now we expect the Ford government to do what is right and uphold this decision. This victory proves once again that when workers unite to challenge injustice, we win. We know our work is not over, and we will continue to stand up for workers in the face of Ford's attacks. We will take them on at every turn and win. ਇਸ ਹਫ਼ਤੇ ਤੂਫਾਨ ਕਾਰਨ ਹਜ਼ਾਰਾਂ ਯਾਤਰੀ ਮੈਕਸੀਕੋ ਵਿੱਚ ਫਸ ਗਏ ਸਨ, ਜਿਨ੍ਹਾਂ ਵੱਲੋਂ 에ਅਰਲਾਈਨਸ ਦੇ ਵਿਰੁੱਧ ਆਪਣਾ ਗੁੱਸਾ ਲਗਾਤਾਰ ਪ੍ਰਗਟਾਇਆ ਜਾ ਰਿਹਾ ਸੀ। ਟਰਾਂਸਪੋਰਟੇਸ਼ਨ ਮੰਤਰਾਲੇ ਨੇ ਆਖਿਆ ਕਿ ਉਹ ਲਗਾਤਾਰ ਹਾਲਾਤ ਉੱਪਰ ਨਜ਼ਰ ਰੱਖ ਰਹੇ ਨੇ ਤੇ ਇਸ ਤਰ੍ਹਾਂ ਦੇ ਹਾਲਾਤ ਸਵੀਕਾਰੇ ਨਹੀਂ ਜਾ ਸਕਦੇ। ਇੱਕ ਈਮੇਲ ਵਿੱਚ ਵਿਭਾਗ ਦੇ ਬੁਲਾਰੇ ਨੇ ਆਖਿਆ ਕਿ ਟਰਾਂਸਪੋਰਟ ਕੈਨੇਡਾ ਵੱਲੋਂ 에ਅਰਲਾਈਨਸ ਅਤੇ 에ਅਰਪੋਰਟਸ ਨਾਲ ਸੰਪਰਕ ਕੀਤਾ ਜਾ ਰਿਹਾ। ਇੱਕ ਈਮੇਲ ਵਿੱਚ ਵਿਭਾਗ ਦੇ ਬੁਲਾਰੇ ਨੇ ਆਖਿਆ ਕਿ ਟਰਾਂਸਪੋਰਟ ਕੈਨੇਡਾ ਵੱਲੋਂ 에ਅਰਲਾਈਨਸ ਅਤੇ 에ਅਰਪੋਰਟਸ ਨਾਲ ਸੰਪਰਕ ਕੀਤਾ ਜਾ ਰਿਹਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਕੋਲ ਉਹ ਸਭ ਕੁਝ ਹੋਵੇ ਜਿਸ ਦੀ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਜ਼ਰੂਰਤ ਹੈ। ਉਹਨਾਂ ਇਹ ਵੀ ਆਖਿਆ ਕਿ ਯਾਤਰੀਆਂ ਦੇ ਅਮਲੇ ਦੀ ਸੇਫਟੀ ਨੂੰ ਉਹਨਾਂ ਦੀ ਮੁੱਖ ਤਰਜੀਹ ਦੇ ਤੌਰ ਤੇ ਮੰਨਿਆ ਜਾ ਰਿਹਾ ਹੈ। ਕਾਬਲੇ ਗੌਰ ਹੈ ਕਿ ਪਿਛਲੇ ਹਫ਼ਤੇ ਆਏ ਬਰਫੀਲੇ ਤੂਫਾਨ ਤੋਂ ਬਾਅਦ ਉਡਾਨਾਂ ਲਗਾਤਾਰ ਰੱਦ ਹੋ ਰਹੀਆਂ ਸੀ, ਜਿਸ ਕਾਰਨ ਬਹੁਤ ਸਾਰੇ ਕੈਨੇਡੀਅਨਸ ਨੂੰ ਮੈਕਸੀਕੋ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਲਗਾਤਾਰ ਕੈਨੇਡੀਅਨ ਸਰਕਾਰ ਤੋਂ ਮਦਦ ਦੀ ਗੁਹਾਰ ਕਰ ਰਹੇ ਨੇ ਅਤੇ 에ਅਰਲਾਈਨ ਕੰਪਨੀਆਂ ਦੇ ਵਿਰੁੱਧ ਆਪਣਾ ਗੁੱਸਾ ਵੀ ਜ਼ਾਹਰ ਕਰ ਰਹੇ ਨੇ, ਜਿਸ ਨੂੰ ਲੈ ਕੇ ਹੁਣ ਟਰਾਂਸਪੋਰਟੇਸ਼ਨ ਵਿਭਾਗ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ। ਇਸ ਸਮੇਂ ਰੂਸ ਅਤੇ ਯੂਕਰੇਨ ਦਾ ਯੁੱਧ ਚੱਲ ਰਿਹਾ ਹੈ ਤੇ ਇਸ ਉੱਤੇ ਪੂਰੇ ਸੰਸਾਰ ਦੀਆਂ ਨਜ਼ਰਾਂ ਨੇ। ਇਹਨਾਂ ਹਾਲਾਤਾਂ 'ਚ ਬਹੁਤ ਸਾਰੇ ਮੁਲਕ ਆਪਣੀ ਆਰਮੀ ਦੀ ਸੁਰੱਖਿਆ ਅਤੇ ਡਿਜੀਟਲ ਇਕਵਿਪਮੈਂਟ ਖਰੀਦਣ ਵੱਲ ਧਿਆਨ ਕੇਂਦਰਿਤ ਕਰ ਰਹੇ ਨੇ। ਇਸੇ ਦੌਰਾਨ ਕੈਨੇਡੀਅਨ ਆਰਮੀ ਵੀ ਆਪਣੇ ਸੈਨਿਕਾਂ ਦੀ ਲੜਾਈ ਦੌਰਾਨ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਤੇ ਉਹਨਾਂ ਵੱਲੋਂ ਅਜਿਹਾ ਸਾਜ਼ੋ ਸਮਾਨ ਖਰੀਦਣ ਦੀ ਤੇਜ਼ੀ ਕੀਤੀ ਜਾ ਰਹੀ ਹੈ ਜੋ ਲੜਾਈ ਦੌਰਾਨ ਸੈਨਿਕਾਂ ਨੂੰ ਸੁਰੱਖਿਅਤ ਰੱਖ ਸਕੇ। ਇੱਕ ਇੰਟਰਵਿਊ ਵਿੱਚ ਕੈਨੇਡੀਅਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਜੋ ਪੌਲ ਨੇ ਆਖਿਆ ਕਿ ਕੈਨੇਡੀਅਨ ਸੈਨਾ ਐਂਟੀ ਟੈਂਕ, ਐਂਟੀ 에ਅਰਕ੍ਰਾਫਟ ਮਿਜ਼ਾਈਲ ਦੇ ਨਾਲ-ਨਾਲ ਡਰੋਨਸ ਤੋਂ ਹਿਫਾਜ਼ਤ ਲਈ ਸਿਸਟਮ ਖਰੀਦਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸੈਨਾ ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਸਟੀਕ ਮਿਜ਼ਾਈਲ ਸਿਸਟਮ ਨੂੰ ਖਰੀਦਣ ਦੇ ਲਈ ਵੀ ਤੇਜ਼ੀ ਕਰਨਾ ਚਾਹੁੰਦੀ ਹੈ, ਕਿਉਂਕਿ ਇਸ ਤਰ੍ਹਾਂ ਦੇ ਸਿਸਟਮ ਕਾਰਨ ਹੀ ਯੂਕਰੇਨ ਰੂਸੀ ਸੈਨਾ ਦਾ ਮੁਕਾਬਲਾ ਡਟ ਕੇ ਕਰ ਸਕਿਆ। ਜਿਨ੍ਹਾਂ ਆਖਿਆ ਕਿ ਇਸ ਲਈ ਕੈਨੇਡਾ ਆਪਣੀ ਆਰਮੀ ਲਈ ਸਭ ਕੁਝ ਤਿਆਰ ਕਰਨਾ ਚਾਹੁੰਦਾ ਹੈ, ਜਿਸ ਸਦਕਾ ਉਹਨਾਂ ਦੇ ਸੈਨਿਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ 5 ਸਾਲ ਪਹਿਲਾਂ ਜਦੋਂ ਲਿਬਰਲ ਸਰਕਾਰ ਨੇ ਆਪਣੀ ਡਿਫੈਂਸ ਪਾਲਿਸੀ ਰਿਲੀਜ਼ ਕੀਤੀ ਸੀ ਤਾਂ ਫੌਜ ਲਈ ਨਵੇਂ ਵੈਪਨ ਸਿਸਟਮ ਖਰੀਦਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਨਾਲੋਂ ਨਾਲ ਕਮਾਂਡਰ ਲੈਫਟੀਨੈਂਟ ਨੇ ਕਿਹਾ ਕਿ ਹੁਣ ਜਦੋਂ ਰੂਸ ਨੇ ਯੂਕਰੇਨ ਉੱਪਰ ਹਮਲਾ ਕੀਤਾ ਹੈ ਤਾਂ ਕੈਨੇਡੀਅਨ ਆਰਮੀ ਕੋਲ ਵੀ ਉਹ ਸਾਰਾ ਸਾਜ਼ੋ ਸਮਾਨ ਹੋਣਾ ਚਾਹੀਦਾ ਹੈ ਜੋ ਕਿਸੇ ਵੱਡੇ ਮੁਲਕ ਦੇ ਹਮਲੇ ਦਾ ਸਾਹਮਣਾ ਕਰ ਸਕੇ। ਇਸ ਦੇ ਲਈ ਕੈਨੇਡੀਅਨ ਆਰਮੀ ਦੇ ਵਿੱਚ ਆਧੁਨਿਕ ਟੈਕਨੋਲੋਜੀ ਅਤੇ ਇਕਵਿਪਮੈਂਟਸ ਦੀ ਜ਼ਰੂਰਤ ਹੈ। ਟਰੱਕਿੰਗ ਇੰਡਸਟਰੀ ਨਾਲ ਜੁੜੀ ਖਬਰ ਦੀ ਗੱਲਬਾਤ ਕਰ ਲੈਂਦੇ ਹਾਂ। ਕੈਨੇਡਾ ਦੇ ਵਿੱਚ 1 ਜਨਵਰੀ 2023 ਤੋਂ ਇਲੈਕਟ੍ਰਿਕ ਲੌਗਿੰਗ ਬੁੱਕ ਲਾਗੂ ਹੋਣ ਜਾ ਰਹੀ ਹੈ। ਜੇਕਰ ਪ੍ਰੋਵਿੰਸਾਂ ਇਸ ਨੂੰ ਲਾਗੂ ਕਰ ਦਿੰਦੀਆਂ ਤਾਂ ਕੈਨੇਡਾ ਦੇ ਵਿੱਚ ਟਰੱਕ ਚਲਾਉਣ ਸਮੇਂ ਵੀ ਇਸ ਲੌਗ ਬੁੱਕ ਦੇ ਅਨੁਸਾਰ ਚੱਲਣਾ ਪਏਗਾ। ਬੇਸ਼ੱਕ ਟਰਾਂਸਪੋਰਟ ਕੈਨੇਡਾ ਵੱਲੋਂ ਜੂਨ 2021 ਦੇ ਵਿੱਚ ਇਸ ਨੂੰ ਲਾਗੂ ਕਰਨ ਵਾਸਤੇ ਪ੍ਰੋਵਿੰਸਾਂ ਨੂੰ ਕਿਹਾ ਗਿਆ ਸੀ, ਪਰ
ਬਾਅਦ ਦੇ ਵਿੱਚ ਇਸ ਨੂੰ 1.5 ਸਾਲ ਭਾਵ ਦਸੰਬਰ 2022 ਤੱਕ ਰੋਕ ਦਿੱਤਾ ਗਿਆ। ਸੋ ਹੁਣ 1 ਜਨਵਰੀ 2023 ਤੋਂ ਇਹ ਲਾਗੂ ਹੁੰਦਾ ਹੈ ਜਾਂ ਨਹੀਂ, ਇਸ ਤੇ ਸਭ ਦੀਆਂ ਨਜ਼ਰਾਂ ਨੇ। ਫਿਲਹਾਲ ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਪ੍ਰੋਵਿੰਸਾਂ ਦੇ ਵੱਲੋਂ ਇਸ ਬਾਰੇ ਗ੍ਰੀਨ ਸਿਗਨਲ ਦਿਖਾਇਆ ਗਿਆ ਹੈ ਕਿ ਉਹ ਇਸ ਨੂੰ ਲਾਗੂ ਕਰਨਗੇ। ਬੇਸ਼ੱਕ ਅਮਰੀਕਾ ਜਾਣ ਵਾਲੇ ਟਰੱਕਾਂ ਉੱਤੇ ਪਹਿਲਾਂ ਹੀ ਇਹ ਸਿਸਟਮ ਲੱਗਿਆ ਹੋਇਆ, ਕਿਉਂਕਿ ਅਮਰੀਕਾ ਦੇ ਵਿੱਚ ਇਲੈਕਟ੍ਰੋਨਿਕ ਲੌਗਬੁੱਕ 2017 ਤੋਂ ਲਾਗੂ ਹੈ। ਪਰ ਦੂਜੇ ਪਾਸੇ ਜੋ ਡਰਾਈਵਰ ਲੋਕਲ ਚੱਲਦੇ ਨੇ ਉਹਨਾਂ ਦੇ ਲਈ ਇਹ ਸਿਸਟਮ ਕੰਮ ਨਹੀਂ ਕਰਦਾ। ਕਰੰਟ ਲੌਂਗ ਹੌਲ ਡਰਾਈਵਰੀ ਦੀ ਗੱਲਬਾਤ ਕੀਤੀ ਜਾਵੇ ਤਾਂ 13 ਘੰਟੇ ਟਰੱਕ ਇੱਕ ਡਰਾਈਵਰ ਚਲਾ ਸਕਦਾ ਹੈ, 24 ਘੰਟੇ ਦੇ ਵਿੱਚ ਤੇ 10 ਘੰਟੇ ਉਸ ਲਈ ਆਰਾਮ ਕਰਨਾ ਲਾਜ਼ਮੀ ਹੈ। ਇਸੇ ਤਰ੍ਹਾਂ ਬੱਸ ਡਰਾਈਵਰ ਦੀ ਸ਼ਿਫਟ 16 ਘੰਟੇ ਤੋਂ ਲੰਮੀ ਨਹੀਂ ਹੋ ਸਕਦੀ। ਇਸ ਵਿੱਚ ਉਹ 13 ਘੰਟੇ ਡਰਾਈਵ, 2 ਘੰਟੇ ਆਰਾਮ ਤੇ 1 ਘੰਟਾ ਬੱਸ ਦੀ ਚੈਕਿੰਗ ਕਰ ਸਕਦਾ ਹੈ। ਸੋ ਇਲੈਕਟ੍ਰੋਨਿਕ ਲੌਗਿੰਗ ਬੁੱਕ ਦੀ ਚਰਚਾ ਸ਼ੁਰੂ ਹੋਣ ਤੋਂ ਬਾਅਦ ਛੋਟੇ ਟਰਾਂਸਪੋਰਟਰਸ ਓਨਰਸ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਆਪਣੇ ਸ਼ੰਕੇ ਖੜੇ ਕੀਤੇ ਜਾ ਰਹੇ ਨੇ। ਉਹਨਾਂ ਆਖਿਆ ਕਿ ਉਹ ਡਰਾਈਵਰਸ ਦੀ ਘਾਟ ਦੇ ਨਾਲ ਜੂਝ ਰਹੇ ਨੇ ਤੇ ਇਲੈਕਟ੍ਰੋਨਿਕ ਲੌਗਿੰਗ ਬੁੱਕ ਦੇ ਨਾਲ ਕੰਮਕਾਜ ਤੇ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਕੈਨੇਡਾ ਦਾ ਰੋਡ ਇਨਫਰਾਸਟ੍ਰਕਚਰ ਅਮਰੀਕਾ ਦੀ ਤਰ੍ਹਾਂ ਵਿਸ਼ਾਲ ਨਹੀਂ ਹੈ ਤੇ ਨਾਲੋਂ ਨਾਲ ਟਰੱਕ ਸਟਾਪਸ ਦੀ ਵੀ ਵੱਡੀ ਘਾਟ ਹੈ। ਪਰ ਦੂਜੇ ਪਾਸੇ ਵੱਡੇ ਟਰਾਂਸਪੋਰਟਰਸ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ। ਸੋ ਹੁਣ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਖਬਰ ਇਹ ਆ ਕਿ 2023 ਦੇ ਵਿੱਚ ਵੀ ਨਾ ਰਿਸੈਸ਼ਨ ਦਾ ਡਰ ਜਿਹੜਾ ਆਇਲ ਕੰਪਨੀਜ਼ ਹੈਗੀਆਂ ਉਹਨਾਂ ਨੂੰ ਖਰਚ ਕਰਨ ਤੋਂ ਹਟਾ ਰਿਹਾ। ਹਾਲਾਂਕਿ ਤੁਹਾਨੂੰ ਪਤਾ ਅਲਬਰਟਾ ਇਕੱਲਿਆਂ ਹੀ 3.7 ਮਿਲੀਅਨ ਬੈਰਲ ਜਿਹੜੇ ਆ ਜੀ ਸਾਲ ਦੇ, ਮਾਫੀ ਚਾਹੁੰਦਾ, ਸਾਲ ਦੇ ਨਹੀਂ, 3.7 ਮਿਲੀਅਨ ਬੈਰਲ ਆ ਡੇ ਪ੍ਰੋਡਿਊਸ ਕਰ ਰਿਹਾ ਆ ਔਰ ਇਹ ਪਿਛਲੇ ਕੁਝ ਸਾਲਾਂ ਤੋਂ ਹੋ ਰਿਹਾ। ਔਰ ਜਿਹੜੀ ਕੀਮਤ ਆ ਬੈਰਲ ਦੀ ਉਹ ਵੀ ਕਾਫੀ ਉੱਪਰ ਗਈ ਹੋਈ ਆ। ਆਇਲ ਕੰਪਨੀਆਂ ਕੋਲ ਕੈਸ਼ ਹੈਗਾ ਪਰ ਉਹ ਖਰਚ ਨਹੀਂ ਕਰ ਰਹੀਆਂ ਕਿਸੇ ਪ੍ਰੋਜੈਕਟ ਦੇ ਉੱਤੇ, ਕਿਸੇ ਵੱਡੇ ਪ੍ਰੋਜੈਕਟ ਦੇ ਉੱਤੇ। ਉਹਨਾਂ ਨੇ ਇੱਕ ਕਿਸਮ ਦੀ ਨਾ ਆਪਣੇ ਆਪ 'ਤੇ ਪਾਬੰਦੀਆਂ ਲਾਈਆਂ ਹੋਈਆਂ ਨੇ। ਕੁਝ ਮਾਹਰ ਇਹ ਗੱਲਾਂ ਕਹਿ ਰਹੇ, ਉਹ ਕਹਿੰਦੇ ਜੀ ਵੀ ਦੇਖੋ ਜਿਹੜੀਆਂ ਆਇਲ ਕੰਪਨੀ ਨੇ ਨਾ ਉਹ ਆਪਣੇ ਆਪ ਦੇ ਵਿੱਚ ਬੜੀਆਂ ਹੁਣ ਡਿਸਿਪਲਿਨਡ ਹੋ ਗਈਆਂ। ਕਦੇ ਸਮਾਂ ਹੋਇਆ ਕਰਦਾ ਸੀ ਵੀ ਆਇਲ ਕੰਪਨੀਆਂ ਪੈਸਾ ਜਿਹੜਾ ਸੀਗਾ ਉਹ ਇੱਕ ਕਿਸਮ ਦਾ ਸਿੱਟ ਦਿੰਦੇ ਸੀਗੇ ਵੀ ਹਾਂ ਵੀ ਲਓ ਆਹ ਪ੍ਰੋਜੈਕਟ ਕਰ ਲਓ, ਪਰ ਹੁਣ ਕਹਿੰਦਾ ਉਹ ਇਹ ਕੰਮ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੋ ਸਕਦਾ ਹੈ ਅਗਲੇ ਸਾਲ ਜਦੋਂ ਰਿਸੈਸ਼ਨ 2023 'ਚ ਆਉਂਦਾ ਅਤੇ ਜਿਹੜੇ ਤੇਲ ਦੇ ਭਾਅ ਹੁਣ ਹੈਗੇ ਆ ਉਹ ਨਾ ਹੋਣ, ਕਿਉਂਕਿ ਡਿਮਾਂਡ ਰਿਸੈਸ਼ਨ ਦੇ ਵਿੱਚ ਘਟ ਜਾਂਦੀ ਆ। ਪਿਛਲੇ ਸਾਲਾਂ ਵਿੱਚ ਵੇਖਿਆ ਜੀ ਕਿ ਡਿਮਾਂਡ ਜਿਹੜੀ ਆ ਉਹ ਤੇਲ ਦੀ ਕਾਫੀ ਰਹੀ ਆ, ਖਾਸ ਕਰਕੇ ਜਦੋਂ ਦੀ ਯੂਕਰੇਨ ਦੀ ਜਿਹੜੀ ਲੜਾਈ ਲੱਗੀ ਆ ਰਸ਼ੀਆ ਦੀ ਅਤੇ ਯੂਕਰੇਨ ਦੀ, ਉਹਦਾ ਕਰਕੇ ਬਹੁਤ ਅਸਰ ਪਿਆ। ਔਰ ਜਿੱਦਾਂ ਜਿੱਦਾਂ ਇਕੋਨਮੀ ਥੋੜ੍ਹੀ ਜਿਹੀ ਸੁਧਰੀ ਸੀਗੀ ਪੈਂਡੈਮਿਕ ਤੋਂ ਬਾਅਦ, ਉਦੋਂ ਬਾਅਦ ਵੀ ਡਿਮਾਂਡ ਜਿਹੜੀ ਆ ਵਧੀ ਹੈ, ਜਿਹਦਾ ਕਰਕੇ ਇਹ 3.7 ਮਿਲੀਅਨ ਬੈਰਲ ਅ ਡੇ ਪ੍ਰੋਡਿਊਸ ਕੀਤੇ ਜਾ ਰਹੇ ਸੀਗੇ ਅਲਬਰਟਾ ਦੇ ਵਿੱਚ। ਬਹੁਤ ਸਾਰੀਆਂ ਕੰਪਨੀਆਂ ਉਹ ਕਹਿੰਦੇ ਜੀ ਵੀ ਦੇਖੋ ਜਿਹੜਾ ਅੱਗੇ ਕੰਮ ਹੋਇਆ ਕਰਦਾ ਸੀ ਨਾ ਵੀ ਲਓ ਜੀ ਕੰਮ ਸਾਨੂੰ ਲੱਗਾ ਵੀ ਹੁਣ ਜਿਹੜੇ ਕਮੋਡਿਟੀ ਦੇ ਭਾਅ ਹੈਗੇ ਵਧੀਆ ਮਿਲ ਰਹੇ ਆ, ਇਸ ਕਰਕੇ ਤੁਸੀਂ ਪੈਸੇ ਖਰਚ ਕਰੋ, ਹੋਰ ਡਰਿੱਲ ਕਰੋ, ਹੋਰ ਡਰਿੱਲ ਕਰੋ। ਉਹ ਕਹਿੰਦੇ ਜੀ ਦਿਨ ਲੰਘ ਹੈ। ਹੁਣ ਉਹ ਸਾਰੇ ਹੀ ਬੜੇ ਇਸ ਗੱਲ ਤੋਂ ਕੇਅਰਫੁਲ ਹੋਏ ਆ। ਉਹ ਕਹਿੰਦੇ ਵੀ ਹੋ ਸਕਦਾ ਅਗਲੇ ਸਾਲ ਜਿਹੜਾ ਆ ਉਹ ਇਹ ਖਰਚਾ ਵਰਚਾ ਥੋੜ੍ਹਾ ਉਦੋਂ ਬਾਅਦ, ਮਤਲਬ 1 ਸਾਲ ਉਹ ਕਹਿੰਦੇ ਸਾਨੂੰ ਹੋਰ ਚਾਹੀਦਾ। ਉਹ ਕਾਰਨ ਜਿਹੜੇ ਕਹਿੰਦੇ ਸਾਡੇ ਹੁਣ ਪੈਸੇ ਬਣੇ ਆ ਨਾ ਕੈਸ਼, ਉਹ ਅਸੀਂ ਕਰਜ਼ਾ ਲਾਉਣ 'ਤੇ ਲਾਤਾ ਕੰਪਨੀਆਂ ਦਾ, ਅਤੇ ਗਾਹਾਂ ਨੂੰ ਜਿਹੜਾ ਪੈਸਾ ਉਹਨਾਂ ਕੋਲ ਆਏਗਾ ਉਹਦੇ ਤੋਂ ਉਹ ਕਹਿੰਦੇ ਵੀ ਅਸੀਂ ਹੋਰ ਇਨਵੈਸਟ ਕਰ ਸਕਾਂਗੇ। ਔਰ ਨਾਲ ਦੀ ਨਾਲ ਕੁਝ ਕੰਪਨੀਆਂ ਉਹ ਕਹਿੰਦੇ ਜੀ ਵੀ ਭਾਵੇਂ ਸਾਡਾ ਹੱਥ ਸੌਖਾ ਆ, ਵਧੀਆ ਆ, ਜਿਹੜੀਆਂ ਕੁਝ ਕਮਜ਼ੋਰ ਕੰਪਨੀਆਂ ਸੀ ਉਹ ਖਤਮ ਹੋ ਗਈਆਂ, ਜਿਹੜੀਆਂ ਕੁਝ ਇੱਦਾਂ ਦਾ ਔਖਾ ਸੌਖਾ ਸਮਾਂ ਸਹਿ ਸਕਦੀਆਂ ਉਹ ਹੀ ਹੈ ਨੇ। ਉਹ ਕਹਿੰਦੇ ਵੀ ਸਭ ਕੁਝ ਠੀਕ ਆ, ਪਰ ਨਾਲ ਦੀ ਨਾਲ ਉਹ ਫਿਰ ਫੈਡਰਲ ਗੌਰਮੈਂਟ ਦੀਆਂ ਪਾਲਿਸੀਜ਼ ਨੂੰ ਵੀ ਨਿੰਦਦੇ ਆ ਵੀ ਜਿਹੜਾ ਉਹਨਾਂ ਨੇ ਕਾਰਬਨ ਟੈਕਸ ਲਾਇਆ, ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਆ ਉਹ ਕਹਿੰਦੇ ਵੀ ਲੋਕਾਂ ਨੂੰ ਹੱਥ ਘੁੱਟਣ 'ਤੇ ਮਜਬੂਰ ਕਰਦੇ, ਖਾਸ ਕਰਕੇ ਉਹਨਾਂ ਕੰਪਨੀਆਂ ਨੂੰ। ਸੋ ਆਸ ਕਰਦੇ ਹਾਂ ਵੀ ਗਾਹਾਂ ਨੂੰ ਜਿਹੜਾ ਜੀ ਉਹ ਜੋ ਕਹਿ ਰਹੇ ਆ ਵੀ ਜੇ ਅਗਲੇ ਸਾਲ ਨੂੰ
ਇਦਾਂ ਹੀ ਕੰਮ ਚੱਲਦਾ ਰਿਹਾ। $75 ਅਮਰੀਕਨ ਜਿਹੜੀ ਬੇਸ ਪ੍ਰਾਈਸ ਉਹਦੀ ਰਹੀ ਬੈਰਲ ਦੀ, ਤਾਂ ਉਹ ਕਹਿੰਦੇ ਜੀ ਵੀ ਫਿਰ ਉਹਨਾਂ ਦੀ ਚਾਂਦੀ ਆ ਤੇ ਗਾਹਾਂ ਨੂੰ ਪੈਸੇ ਲਾ ਸਕਦੇ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਸੋ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਦੇ ਲਈ ਦਿਓ ਆਗਿਆ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।